ਸਤਿ ਸ਼੍ਰੀ ਅਕਾਲ ਜੀ। ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ੇਰੀ ਸਵਾਗਤ ਕਰਦੀ ਹਾਂ। ਅਹਿਮ ਖਬਰ, BC ਦੇ ਕਈ ਬੱਚੇ ਸਕੂਲਾਂ 'ਚੋਂ ਗੈਰ ਹਾਜ਼ਰ ਰਹੇ। ਪਹਿਲਾ ਦਿਨ ਸੀ, ਪਹਿਲੇ ਦਿਨ ਕਾਫੀ ਗਿਣਤੀ ਬੱਚਿਆਂ ਦੀ ਅਜਿਹੀ ਸੀਗੀ ਜਿਹੜੇ ਕਿ ਸਕੂਲ ਨਹੀਂ ਜਾ ਪਾਏ ਕਿਉਂਕਿ ਓਮਿਕਰੋਨ ਵੈਰੀਐਂਟ ਦੇ ਕਾਰਨ ਕਈ ਮਾਪਿਆਂ ਨੇ ਬੱਚਿਆਂ ਨੂੰ ਸਕੂਲ ਭੇਜਣ ਤੋਂ ਪਰਹੇਜ਼ ਕੀਤਾ। BC ਸਕੂਲ ਟਰਸਟੀਜ਼ ਐਸੋਸੀਏਸ਼ਨ ਅਜੇ ਇਸ ਤੇ ਪਹਿਲਾਂ ਕੋਈ ਟਿੱਪਣੀ ਕਰਨ ਤੋਂ ਗੁਰੇਜ਼ ਹੀ ਕਰ ਰਹੀ ਹੈ। ਉਹਨਾਂ ਨੂੰ ਲੱਗਦਾ ਹੈ ਕਿ ਪਹਿਲਾਂ ਕੋਈ ਟਿੱਪਣੀ ਕਰਨੀ ਜਲਦਬਾਜ਼ੀ ਹੋਵੇਗੀ। ਸਕੂਲ ਮਹਾਮਾਰੀ ਦੇ ਵਿੱਚ ਚੁਣੌਤੀ ਦਾ ਇਹ ਤੀਜਾ ਸਾਲ ਹੈ ਜਿਸ ਵਿੱਚ ਬੱਚਿਆਂ ਨੇ ਕਦਮ ਰੱਖਿਆ, ਜਿਸ ਤੇ ਇੱਕ ਸਟਰੋਂਗ ਰਣਨੀਤੀ ਦੀ ਇਸ ਵੇਲੇ ਲੋੜ ਹੈ। ਬਰੈਂਪਟਨ ਦੇ ਵਿੱਚ ਕਈ ਵਰਕਰ ਅਜਿਹੇ ਸੀ ਜਿਹੜੇ ਕੋਰਟ ਦੇ ਬਾਹਰ ਪ੍ਰਦਰਸ਼ਨ ਕਰਦੇ ਦਿਖਾਈ ਦਿੱਤੇ। ਉਹਨਾਂ ਦਾ ਕਹਿਣਾ ਹੈ ਕਿ ਹਰ ਕਿਤੇ ਦੇ ਵਿੱਚ ਸਮੇਂ ਦੇ ਨਾਲ ਕਿਤੇ ਨਾ ਕਿਤੇ ਪੈਸੇ ਵਧ ਰਹੇ ਨੇ, ਪਰ ਪਿਛਲੇ 12 ਸਾਲਾਂ ਤੋਂ ਉਹਨਾਂ ਦੀਆਂ ਤਨਖਾਹਾਂ ਦੇ ਵਿੱਚ ਕੋਈ ਇਜ਼ਾਫਾ ਨਹੀਂ ਹੋਇਆ। ਇਸ ਦੇ ਲਈ ਉਹਨਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਦੀ ਤਨਖਾਹ ਦੇ ਵਿੱਚ ਵਾਧਾ ਕੀਤਾ ਜਾਏ। If you give peanuts, you can expect monkeys. ਇੱਕ ਇੰਗਲਿਸ਼ ਕਹਾਵਤ ਹੈਗੀ। ਸੋ ਜੇ ਤੁਸੀਂ ਚਾਹੁੰਦੇ ਕਿ ਸਕਿਲਡ ਚੰਗੇ ਬੰਦੇ ਇਸ ਪ੍ਰੋਫੈਸ਼ਨ ਵਿੱਚ ਆਉਣ ਤਾਂ ਤੁਹਾਨੂੰ ਉਹਨਾਂ ਦੇ ਹਾਲਾਤ ਵੀ ਚੰਗੇ ਚਾਹੀਦੇ ਦੇਣੇ ਉਹਨਾਂ ਨੂੰ। ਇਹ ਪਿਛਲੇ 12 ਸਾਲ ਤੋਂ ਕੁਝ ਨਹੀਂ ਹੋਇਆ ਦੇ ਵਿੱਚ, ਉਨੀ ਦੀ ਉਨੀ ਉੱਥੇ ਖੜੀ ਹੈ। ਜਦ ਕਿ ਸਾਰੇ ਓਨਟਾਰੀਓ ਦੇ ਤੁਸੀਂ EMPLOYEES ਲੈ ਲਓ, ਕੋਈ ਹੋਰ ਯੂਨੀਅਨ ਲੈ ਲਓ, ਤੁਸੀਂ ਵਰਕਰਸ ਲੈ ਲਓ, ਸਾਰਿਆਂ ਦੇ ਪੈਸੇ ਵੱਧਦੇ ਆ ਵਿਦ ਟਾਈਮ ਸਮੇਂ ਦੇ ਮੁਤਾਬਕ, ਤੇ ਸਾਡੇ ਨਹੀਂ ਵਧੇ। $30 ਘੰਟੇ ਦੇ ਮਿਲਦੇ ਆ। ਸੋ ਉਹਦੇ ਵਿੱਚ ਹੈਗਾ ਕਿ ਘੱਟੋ ਘੱਟ ਸਾਨੂੰ ਘੰਟੇ ਦਾ ਹੋਵੇ ਜਾਂ 2 ਘੰਟੇ ਦਾ ਕੰਮ ਹੋਵੇ, ਸਾਨੂੰ 3 ਘੰਟੇ ਦੇ ਪੈਸੇ ਮਿਲਦੇ ਫਾਈਨ। ਪਰ ਅਸੀਂ ਚਾਹੁੰਦੇ ਕਿ ਸਾਡੇ ਜਿਹੜੇ ਪੈਸੇ ਇਹ ਵਧਾ ਕੇ $60 ਕੀਤੇ ਜਾਣ। ਉਹਦਾ ਕਾਰਨ ਇਹ ਹੈ ਕਿ ਜੇ ਅਸੀਂ ਦੂਜੇ ਹਲਕਾਂ ਵਿੱਚ ਦੇਖੀਏ, ਅਗਰ BC ਵਿੱਚ ਦੇਖੀਏ, ਉੱਥੇ $62 ਤੋਂ ਉੱਪਰ ਘੰਟੇ ਦੇ ਮਿਲਦੇ ਆ। ਨਿਊਯਾਰਕ, ਅਸੀਂ ਨਾਰਥ ਅਮਰੀਕਾ ਦਾ ਸਾਰਾ ਰਿਸਰਚ ਕੀਤੇ, ਨਿਊਯਾਰਕ ਦੇ ਵਿੱਚ $90 ਤੱਕ ਪੇ ਕਰਦੇ ਆ। ਕੈਂਸਲੇਸ਼ਨ ਫੀ ਹੈਗੀ ਹੈ। ਹੁਣ ਸਾਨੂੰ ਅਗਰ ਉਹ ਹਫ਼ਤੇ ਦਾ ਟਰਾਇਲ ਸਾਨੂੰ ਬੁੱਕ ਕਰ ਲਿਆ, ਕੈਂਸਲ ਹੋ ਗਿਆ, ਸਾਨੂੰ 2 ਦਿਨ ਦਾ $90 ਫੜਾ ਕੇ ਉਹ ਕਹਿੰਦਾ ਬਸ ਦੈਟਸ ਇਟ। ਹੁਣ ਅਸੀਂ ਉਹਨਾਂ ਨਾਲ ਹਫ਼ਤੇ ਦੀ ਜਾਂ 5 ਦਿਨ ਦੀ ਅਸੀਂ ਕਮਿਟਮੈਂਟ ਕਰ ਲਈ, 2 ਮਹੀਨੇ ਪਹਿਲਾਂ ਕਰ ਲਈ। ਅਸੀਂ ਹੋਰ ਕੋਈ ਕੰਮ ਨਹੀਂ ਫੜਿਆ ਕਿਉਂਕਿ ਸਾਡੀ ਕਮਿਟਮੈਂਟ ਹੈਗੀ ਹੈ ਅਸੀਂ 5 ਦਿਨ ਕੋਰਟ ਦੇ ਨਾਲ ਰਹਿਣਾ ਹੈਗਾ। ਪਰ ਸਾਨੂੰ ਟਰਾਇਲ ਕਿਸੇ ਗੱਲ ਕਰਕੇ ਉਹ ਕੈਂਸਲ ਹੋ ਜਾਂਦਾ, ਕੋਲੈਪਸ ਕਰ ਗਿਆ, ਐਡਜੋਨ ਅੱਗੇ ਤਰੀਕ ਪੈ ਗਈ ਜਾਂ ਕੋਈ ਹੋਰ ਗਿਲਟੀ ਪਲੀ ਹੋ ਗਈ। ਸੋ ਅਸੀਂ ਚਾਹੁੰਦੇ ਹਾਂ ਕਿ ਸਾਡੀ ਜੇ ਕੈਂਸਲੇਸ਼ਨ ਫੀ ਹੈਗੀ ਹੈ ਨਾ, ਇਹ ਸਾਡੀ 5 ਦਿਨ ਦੀ ਕੀਤੀ ਜਾਵੇ ਘੱਟੋ ਘੱਟ। ਸਾਡੇ ਚਿੱਠੀ ਦਾ ਜਵਾਬ ਦਿੱਤਾ, ਉਹਦੇ 'ਚ ਕੋਈ ਖਾਸ ਉਹਨਾਂ ਨੇ ਦੱਸਿਆ ਨਹੀਂ। ਉਹਨਾਂ ਨੇ ਇਹੀ ਕਿਹਾ ਕਿ ਅਸੀਂ ਇੱਕ ਘੋਖ ਕਰ ਰਹੇ ਹਾਂ ਅਤੇ ਖੋਜ ਕਰ ਰਹੇ ਹਾਂ ਅਤੇ ਅਸੀਂ ਤੁਹਾਨੂੰ ਦੱਸਾਂਗੇ ਬਾਅਦ ਦੇ ਵਿੱਚ ਕੀ ਹੋਇਆ। ਫਿਰ ਦੂਸਰੀ ਚਿੱਠੀ ਉਹਨਾਂ ਦੀ ਆਈ ਹੈ, ਹੁਣ ਪਿਛਲੇ ਹਫ਼ਤੇ ਆਈ ਹੈ। ਉਹਨਾਂ ਨੇ ਕਿਹਾ ਕਿ ਅਸੀਂ ਜਿਹੜੇ ਵੱਖ ਜਿਹੜੀਆਂ ਹੱਦਾਂ ਹੈਗੇ ਜੂਰਿਸਡਿਕਸ਼ਨ, ਉਹਨਾਂ ਦੇ ਵਿੱਚ ਅਸੀਂ ਕੋਈ ਛਾਣਬੀਣ ਕਰ ਰਹੇ ਹੈਗੇ, ਪਤਾ ਕਰ ਰਹੇ ਹਾਂ ਅਤੇ ਅਸੀਂ ਤੁਹਾਨੂੰ 2 ਮਹੀਨੇ ਦੇ ਕੁਝ ਜਾਣਕਾਰੀ ਦੇਵਾਂਗੇ। ਪਰ ਉਹਨਾਂ ਕੋਈ ਸਾਨੂੰ ਜਵਾਬ ਨਹੀਂ ਦਿੱਤਾ ਅਸੀਂ ਕੀ ਜਾਣਕਾਰੀ ਦੇਣੀ, ਕਦੋਂ ਦੇਣੀ ਹੈ, ਕੋਈ ਡੈਡਲਾਈਨ ਨਹੀਂ ਹੈਗੀ ਸਾਡੇ ਨਾਲ, ਕੋਈ ਉਹਨੇ ਕੁਝ ਨਹੀਂ ਰੱਖ। ਅੱਗੇ ਦੇਖਦੇ ਹਾਂ ਜੀ ਅਹਿਮ ਮੁੱਦੇ ਤੇ ਆਧਾਰਿਤ ਗੱਲ ਅੱਜ ਦੀ। ਵਿਕਾਸਸ਼ੀਲ ਦੇਸ਼ਾਂ ਦੇ ਵਿੱਚ ਕਈ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ ਜਿੱਥੇ ਮਾਪੇ ਬਹੁਤੀ ਵਾਰੀ ਬੱਚੇ ਨੂੰ ਜਨਮ ਤੋਂ ਬਾਅਦ ਕਿਤੇ ਸੁੱਟ ਜਾਂਦੇ ਆ। ਉਹ ਬੱਚਾ ਉਹਨਾਂ ਨੂੰ ਨਹੀਂ ਚਾਹੀਦਾ ਹੁੰਦਾ। ਕਾਰਨ ਉਹਦੇ ਵਿੱਚ ਕੋਈ ਵੀ ਹੋ ਸਕਦਾ, ਉਹਦਾ ਜੈਂਡਰ ਕਾਰਨ ਹੋ ਸਕਦਾ। ਖਾਸ ਕਰਕੇ ਕੁੜੀਆਂ ਦੇ ਨਾਲ ਇਹ ਚੀਜ਼ਾਂ ਵਾਪਰਦੀਆਂ। ਕਈ ਵਾਰੀ ਅਣਚਾਹੇ ਬੱਚੇ ਜਿਹੜੇ ਮਾਪੇ ਨਹੀਂ ਚਾਹੁੰਦੇ ਹੁੰਦੇ, ਉਹਨਾਂ ਨੂੰ ਜਿਹਨਾਂ ਨੂੰ ਸਮਾਜ ਨਹੀਂ ਸਵੀਕਾਰਦਾ, ਉਹ ਆਮ ਤੌਰ ਦੇ ਉੱਤੇ ਸੁੱਟ ਜਾਂਦੇ ਆ। ਜਿਹੜੇ ਵਿਕਸਿਤ ਦੇਸ਼ ਨੇ, ਅਮਰੀਕਾ ਕੈਨੇਡਾ ਵਰਗੇ ਦੇਸ਼ ਨੇ, ਇਹਨਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਘੱਟ ਵਾਪਰਦੀਆਂ ਨੇ ਜਾਂ ਆਮ ਤੌਰ 'ਤੇ ਸੁਣਨ ਨੂੰ ਨਹੀਂ ਮਿਲਦੀਆਂ। ਪਰ ਕਦੇ ਕਦੇ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਨ ਨੂੰ ਮਿਲ ਜਾਂਦੀਆਂ ਕਿ ਕਿਸੇ ਔਰਤ ਨੇ ਬੱਚੇ ਨੂੰ ਜਨਮ ਦਿੱਤਾ ਅਤੇ ਉਹਨੂੰ ਡੰਪਸਟਰ ਦੇ ਵਿੱਚ ਸਿੱਟ ਕੇ ਚਲੇ ਗਈ। ਬਾਅਦ ਦੇ ਵਿੱਚ ਜਿਹੜੇ ਕੂੜੇ ਦੇ ਵਿੱਚੋਂ ਕੰਮ ਦੀਆਂ ਚੀਜ਼ਾਂ ਲੱਭਣ ਵਾਲੇ ਹੁੰਦੇ ਆ, ਉਹਨਾਂ ਨੇ ਉਸ ਕੂੜੇਦਾਨ ਦੇ ਵਿੱਚ ਹੱਥ ਮਾਰਿਆ, ਉਹਨਾਂ ਨੂੰ ਕਿਤੇ ਰੋਣ ਦੀ ਆਵਾਜ਼ ਸੁਣੀ ਦਿੱਤੀ ਜਿਹਦੇ ਵਿੱਚ ਜਿਉਂਦਾ ਬੱਚਾ ਉਹਦੇ ਵਿੱਚ ਸੀ, ਅਤੇ ਉਹਨਾਂ ਨੇ ਫਿਰ ਅਥਾਰਟੀਜ਼ ਨੂੰ ਦੱਸਿਆ ਅਤੇ ਉਹਨਾਂ ਨੇ ਉਸ ਬੱਚੇ ਨੂੰ ਬਚਾਇਆ। ਇਹ ਘਟਨਾਵਾਂ ਕਿਉਂ ਵਾਪਰਦੀਆਂ? ਅਮਰੀਕਾ ਦੇ ਵਿੱਚ ਇੱਕ ਇੱਦਾਂ ਦੀ ਘਟਨਾ ਸਾਹਮਣੇ ਆਈ ਹੈ। ਹਾਲਾਂਕਿ ਉੱਥੇ ਟੈਕਸਸ ਦੇ ਵਿੱਚ ਇਸ ਤਰ੍ਹਾਂ ਪੂਰੇ ਅਮਰੀਕਾ ਦੇ ਵਿੱਚ ਇਸ ਤਰ੍ਹਾਂ ਦੇ ਲਾਜ਼ ਨੇ ਜਿਹੜੇ ਕਹਿੰਦੇ ਨੇ ਕਿ ਜੇਕਰ ਤੁਸੀਂ ਬੱਚੇ ਨੂੰ ਜਨਮ ਦੇ ਦਿੱਤਾ ਅਤੇ ਬੱਚਾ ਤੁਹਾਨੂੰ ਨਹੀਂ ਚਾਹੀਦਾ, ਤੁਸੀਂ ਉਹਨਾਂ ਥਾਵਾਂ ਦੇ ਉੱਤੇ ਛੱਡ ਸਕਦੇ ਹੋ। ਬੇਬੀ ਮੋਜ਼ਸ ਲਾ ਦੱਸਿਆ ਜਾ ਰਿਹਾ 1999 ਦੇ ਵਿੱਚ ਟੈਕਸਸ ਦੇ ਵਿੱਚ ਸਭ ਤੋਂ ਪਹਿਲੀ ਵਾਰੀ ਬਣਿਆ ਸੀ, ਕਿਉਂਕਿ ਇਸ ਤਰ੍ਹਾਂ ਦੀਆਂ ਘਟਨਾਵਾਂ, ਬੱਚੇ ਸਿੱਟਣ ਦੀਆਂ ਘਟਨਾਵਾਂ ਉੱਥੇ ਬਹੁਤ ਵਾਪਰ ਰਹੀਆਂ ਸੀ। ਉਸ ਸਮੇਂ ਦੇ ਵਿੱਚ 13 ਇੰਸੀਡੈਂਟ ਹੋਏ ਸੀ, ਜਿਹਦੇ ਵਿੱਚ 3 ਜਿਹੜੇ ਇਨਫੈਂਟ ਸੀਗੇ ਉਹਨਾਂ ਦੀ ਮੌਤ ਹੋ ਗਈ ਸੀ। ਸੋ ਟੈਕਸਸ ਜਿਹੜੀ ਲੈਜਿਸਲੇਸ਼ਨ ਆ, ਉਹਦੇ ਵਿੱਚ ਇਹ ਪਾਸ ਕੀਤਾ ਗਿਆ ਸੀ। ਉਹਦੇ ਤੋਂ ਬਾਅਦ ਲਗਭਗ ਜਿਹੜਾ 2008 ਤੱਕ 50 ਦੀਆਂ 50 ਸਟੇਟਾਂ ਦੇ ਵਿੱਚ ਸੇਫ ਹੈਵਨ ਲਾ ਜਿਹੜਾ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਚੱਲਦਾ ਹੈ। ਇਹ ਲਾ ਦਾ ਮਤਲਬ ਕੀ ਆ ਕਿ ਜਿਹੜੇ ਤੁਸੀਂ ਜਿਹੜਾ ਯੂਨਾਈਟਿਡ ਸਟੇਟਸ ਦੇ ਵਿੱਚ ਇਹਨੂੰ ਡੀਕ੍ਰਿਮੀਨਲਾਈਜ਼ ਕਰ ਦਿੰਦਾ ਇਸ ਚੀਜ਼ ਨੂੰ।
ਕਿ ਜਿਹੜਾ ਤੁਸੀਂ ਅਨਹਾਰਮਡ ਇਨਫੈਂਟ ਆ ਉਹਨੂੰ ਕੋਈ ਵੀ ਨੁਕਸਾਨ ਨਹੀਂ ਪਹੁੰਚਾਇਆ, ਤੁਸੀਂ ਉੱਥੇ ਚਲੇ ਜਾਓ ਤੇ ਉਹਨੂੰ ਛੱਡ ਆਓ, ਉਹਦੇ ਤੋਂ ਬਾਅਦ ਤੁਹਾਨੂੰ ਕੋਈ ਵੀ ਕੁਛ ਨਹੀਂ ਕਹਿੰਦਾ। ਇੱਕ ਘਟਨਾ ਸਾਹਮਣੇ ਆਈ ਆ, 18 ਸਾਲ ਦੀ ਇੱਕ ਕੁੜੀ ਨੇ ਨਿਊ ਮੈਕਸੀਕੋ ਦੇ ਵਿੱਚ ਉਸ ਔਰਤ ਦੇ ਉੱਤੇ ਚਾਰਜਸ ਲੱਗਿਆ। ਪੁਲਿਸ ਕਹਿੰਦੀ ਆ ਕਿ ਨੇ ਆਪਣੇ ਨਵੇਂ ਜਨਮੇ ਬੱਚੇ ਨੂੰ ਡੰਪਸਟਰ ਦੇ ਵਿੱਚ ਸੁੱਟ ਦਿੱਤਾ। ਲੋਕਾਂ ਦਾ ਇੱਕ ਗਰੁੱਪ ਜਿਹੜਾ ਕਿ ਆਮ ਤੌਰ ਦੇ ਉੱਤੇ ਇਹਨਾਂ ਡੰਪਸਟਰ ਦੇ ਵਿੱਚ ਹੱਥ ਮਾਰਦਾ ਹੁੰਦਾ ਕਿ ਸ਼ਾਇਦ ਉਹਨਾਂ ਨੂੰ ਕੋਈ ਕਿਸੇ ਘਰ ਦੀ ਸਿੱਟੀ ਹੋਈ ਚੀਜ਼ ਮਿਲ ਜਾਵੇ, ਉਹ ਲੰਘੇ ਸ਼ੁੱਕਰਵਾਰ ਹੌਬਸ ਦੇ ਵਿੱਚ, ਨਿਊ ਮੈਕਸੀਕੋ ਦੇ ਵਿੱਚ ਹੌਬਸ ਦੇ ਵਿੱਚ ਕਹਿੰਦੇ ਹੱਥ ਮਾਰ ਰਿਹਾ ਸੀ, ਟੈਕਸਸ ਦੇ ਬਾਰਡਰ ਦੇ ਨੇੜੇ। ਤੇ ਉੱਥੇ ਉਹਨਾਂ ਨੇ ਇੱਕ ਆਵਾਜ਼ ਸੁਣੀ। ਉਹਨਾਂ ਨੂੰ ਪਹਿਲਾਂ ਲੱਗਿਆ ਕਿ ਇਹ ਸ਼ਾਇਦ ਕਿਸੇ ਕਤੂਰੇ ਦੀ ਆਵਾਜ਼ ਆ ਜਾਂ ਕਿਸੇ ਬਿੱਲੀ ਦੀ ਆਵਾਜ਼ ਆ। ਹੌਬਸ ਪੁਲਿਸ ਚੀਫ ਨੇ ਇਹ ਜਾਣਕਾਰੀ ਦਿੱਤੀ ਆ। ਤੇ ਜਦੋਂ ਉਹ ਕਹਿੰਦੇ ਉਹਦੇ ਕੋਲ ਗਏ, ਉਹਨਾਂ ਨੇ ਉਸ ਟਰੈਸ਼ ਬੈਗ ਨੂੰ ਇੱਧਰ ਉੱਧਰ ਕੀਤਾ ਤੇ ਉਹਦੇ ਵਿੱਚੋਂ ਉਹਨਾਂ ਨੂੰ ਇੱਕ ਬੜੇ ਗੰਦੇ ਜਿਹੇ ਕੰਬਲ ਦੇ ਵਿੱਚ ਲਪੇਟਿਆ ਬੱਚਾ ਮਿਲਿਆ ਤੇ ਜਿਹੜੀ ਉਹਦੀ ਅੰਬਿਲੀਕਲ ਕਾਰਡ ਸੀ, ਜਿਹੜਾ ਉਹਦਾ ਨਾੜੂਆ ਸੀ, ਉਹਦੇ ਨਾਲ ਹੀ ਲਮਕ ਰਿਹਾ ਸੀ। ਇਹਦੇ ਤੋਂ ਬਾਅਦ ਉਹਨਾਂ ਨੇ ਅਥਾਰਟੀਜ਼ ਨੂੰ ਕਾਲ ਕੀਤਾ। ਉੱਥੋਂ ਆ ਕੇ ਉਹਨਾਂ ਨੇ ਉਸ ਬੱਚੇ ਨੂੰ, ਜਿਹੜਾ ਕਿ ਇੱਕ ਲੜਕਾ ਸੀ, ਪੁਲਿਸ ਤੇ ਪੈਰਾਮੈਡਿਕ ਉੱਥੇ ਪਹੁੰਚਦੇ ਆ, ਉਹਨਾਂ ਨੇ ਉਹਨੂੰ ਡੰਪਸਟਰ ਦੇ ਵਿੱਚੋਂ ਬਾਹਰ ਕੱਢਿਆ ਤੇ ਉਹਨੂੰ ਬਚਾਇਆ। ਤੇ ਅੰਦਾਜ਼ਾ ਇਹ ਲਾਇਆ ਜਾ ਰਿਹਾ ਕਿ ਉਹ 6 ਘੰਟੇ ਉਸ ਡੰਪਸਟਰ ਦੇ ਵਿੱਚ ਪਿਆ ਰਿਹਾ। ਇਹਦੇ ਤੋਂ ਬਾਅਦ ਪੜਤਾਲ ਕੀਤੀ ਗਈ ਕਿ ਮਾਮਲਾ ਕੀ ਆ, ਇਹਨੂੰ ਇੱਥੇ ਕੌਣ ਸਿੱਟ ਕੇ ਗਿਆ। ਜਿਹੜੇ ਪੈਰਾਮੈਡਿਕਸ ਸੀ ਉਹਨਾਂ ਨੇ ਉਹਨੂੰ ਹਸਪੀਟਲ ਦੇ ਵਿੱਚ ਲੈ ਕੇ ਗਏ। ਉੱਥੇ ਹਸਪੀਟਲ ਦੇ ਵਿੱਚ ਉਹਨੂੰ ਦੂਜੇ ਹਸਪੀਟਲ ਦੇ ਵਿੱਚ ਲੋਬਾਕ ਟੈਕਸਸ ਦੇ ਵਿੱਚ ਟ੍ਰਾਂਸਫਰ ਕੀਤਾ ਗਿਆ। ਉਹਦੀ ਕੰਡੀਸ਼ਨ ਸਟੇਬਲ ਦੱਸੀ ਜਾ ਰਹੀ ਹੈ। ਸਰਵੇਲੈਂਸ ਵੀਡੀਓ ਦੇਖੀ ਗਈ ਤੇ ਉਹਨਾਂ ਨੇ ਇੱਕ ਕਾਰ ਨੂੰ ਆਇਡੈਂਟੀਫਾਈ ਕੀਤਾ ਜਿਹੜੀ ਇਹਦੇ ਵਿੱਚ ਇਨਵੋਲਵ ਸੀਗੀ ਤੇ ਉਹ ਔਰਤ ਜਿਹਦਾ ਨਾਂ ਅਲੈਕਸਿਸ ਐਵੀਲਾ ਦੱਸਿਆ ਜਾ ਰਿਹਾ, ਹੌਬਸ ਦੀ ਰਹਿਣ ਵਾਲੀ ਆ, ਉਹਨੇ ਇਸ ਗੱਲ ਨੂੰ ਮੰਨ ਲਿਆ ਕਿ ਉਹਨੇ ਇੱਕ ਬੱਚੇ ਨੂੰ ਜਨਮ ਦਿੱਤਾ ਇੱਕ ਲੋਕੇਸ਼ਨ ਦੇ ਉੱਤੇ ਤੇ ਫਿਰ ਉਹ ਇਹਨੂੰ ਡੰਪਸਟਰ ਦੇ ਵਿੱਚ ਸਿੱਟ ਗਈ। ਉਹਨੂੰ ਬਾਅਦ ਦੇ ਵਿੱਚ ਇੰਟਰਵਿਊ ਜਦੋਂ ਡਿਟੈਕਟਿਵਸ ਨੇ ਕੀਤਾ ਤਾਂ ਅਵੀਲਾ ਇਹ ਕਹਿੰਦੀ ਆ ਕਿ ਉਹਨੂੰ ਪਤਾ ਨਹੀਂ ਸੀ ਉਹ ਕੋਈ ਪ੍ਰੈਗਨੈਂਟ ਆ 6 ਜਨਵਰੀ ਤੱਕ। ਤੇ ਜਦੋਂ ਕਹਿੰਦੀ ਉਹ ਮੈਡੀਕਲ ਅਟੈਂਸ਼ਨ ਉਹ ਉੱਥੇ ਜਾ ਕੇ ਉਹਨੂੰ ਗਈ ਇਸ ਕੰਮ ਦੇ ਲਈ ਕਿ ਮੇਰੇ ਐਬਡੋਮੀਨਲ ਪੇਨ ਹੁੰਦੀ ਆ, ਤੇ ਦੱਸਦੀ ਆ ਕਿ ਉਹਦੇ ਤੋਂ ਬਾਅਦ ਉਹਨੂੰ ਸਟਮਕ ਪੇਨ ਸ਼ੁਰੂ ਹੋਈ ਤੇ ਅਗਲੇ ਦਿਨ ਉਹਨੇ ਅਨਐਕਸਪੈਕਟਡਲੀ ਬੱਚੇ ਨੂੰ ਜਨਮ ਦੇ ਦਿੱਤਾ, ਜਿਹੜੀ ਕਿ ਆਪਣੇ ਆਪ ਦੇ ਵਿੱਚ ਇੱਕ ਗੱਲ ਜਿਹੜੀ ਆ ਉਹ ਸੰਦੇਹਪੂਰਨ ਲੱਗਦੀ ਹੈ। ਉਹਦੇ ਤੋਂ ਬਾਅਦ ਉਹ ਅਗਲੇ ਦੱਸਦੀ ਆ, ਉਹਦੇ ਤੋਂ ਬਾਅਦ ਉਹ ਕਹਿੰਦੀ ਮੈਂ ਘਬਰਾ ਗਈ, ਇਹਦੇ ਤੋਂ ਬਾਅਦ ਮੈਨੂੰ ਪਤਾ ਨਹੀਂ ਲੱਗਾ ਕਿ ਮੈਂ ਕੀ ਕਰਾਂ, ਕਿੱਥੇ ਜਾਵਾਂ। ਕੋਰਟ ਡਾਕੂਮੈਂਟਸ ਦੱਸ ਰਿਹਾ ਆ ਕਿ ਉੱਥੇ ਜਾ ਕੇ ਉਹਨੇ ਕਾਫੀ ਚਿਰ ਡਰਾਈਵ ਕੀਤਾ ਇੱਧਰ ਉੱਧਰ ਕੋਈ ਜਗ੍ਹਾ ਲੱਭਣ ਦੇ ਲਈ ਕਿ ਬੇਬੀ ਨੂੰ ਮੈਂ ਕਿੱਥੇ ਛੱਡਣਾ ਆ, ਤੇ ਫਿਰ ਉਹ ਸ਼ਾਪਿੰਗ ਏਰੀਆ ਦੇ ਨੇੜੇ ਇਸ ਡੰਪਸਟਰ ਦੇ ਵਿੱਚ ਜਾ ਕੇ ਉਸ ਬੱਚੇ ਨੂੰ ਛੱਡ ਗਈ। ਸਰਚ ਵਾਰੰਟ ਉਹਦੀ ਕਾਰ ਦੇ ਲਈ ਉਹਦੀ ਜਿਹੜੇ ਆ ਕੱਢੇ ਗਏ। ਉਹਦੇ ਤੋਂ ਬਾਅਦ ਉਹਨੂੰ ਬੁੱਕ ਕੀਤਾ ਗਿਆ 4 ਜਿਹੜੇ ਅਟੈਂਪਟ ਫਸਟ ਡਿਗਰੀ ਮਰਡਰ ਦੇ ਲਈ। ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਕੀ ਬਣਦਾ ਆ ਇਹ ਜਿਹੜਾ ਪਤਾ ਲੱਗੂਗਾ। ਨਿਊ ਮੈਕਸੀਕੋ ਦੇ ਵਿੱਚ ਵੀ ਸੇਫ ਹੈਵਨ ਲਾ ਹੈਗਾ ਆ, ਜਿਹਦੇ ਵਿੱਚ ਪੇਰੈਂਟਸ ਆਪਣੇ ਬੱਚੇ ਨੂੰ ਕਿਤੇ ਵੀ ਜਿਹੜਾ 90 ਦਿਨ ਤੋਂ ਯੰਗ ਹੋਵੇ, ਮਤਲਬ 90 ਦਿਨ ਤੋਂ ਘੱਟ ਉਹਦੀ ਏਜ ਹੋਵੇ, ਤੁਹਾਨੂੰ ਕਿਸੇ ਵੀ ਸੇਫ ਲੋਕੇਸ਼ਨ ਦੇ ਉੱਤੇ ਬਿਨਾਂ ਕਿਸੇ ਤੁਹਾਡੇ ਉੱਤੇ ਕ੍ਰਿਮੀਨਲ ਕੌਨਸੀਕੁਐਂਸਿਸ ਦੇ ਛੱਡਿਆ ਜਾ ਸਕਦਾ ਹੈ। ਸੋ ਇਹ ਫਿਰ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਜਾਂ ਇਹਦੇ ਵਿੱਚ ਅਗਿਆਨਤਾ ਹੈ, ਲੋਕਾਂ ਨੂੰ ਇਸ ਗੱਲ ਦਾ ਪਤਾ ਨਹੀਂ ਕਿ ਇਸ ਤਰ੍ਹਾਂ ਵੀ ਤੁਸੀਂ ਕਿਸੇ ਜਾਨ ਨੂੰ ਬਚਾ ਸਕਦੇ ਹੋ। ਇਹਨਾਂ ਲਾਜ਼ ਦੇ ਉੱਤੇ ਬਹੁਤ ਸਾਰੀ ਕ੍ਰਿਟਿਸਿਜ਼ਮ ਵੀ ਹੋਇਆ ਸੀ ਉਸ ਵੇਲੇ ਕਿ ਇਹ ਬਣਨੇ ਚਾਹੀਦੇ ਜਾਂ ਨਹੀਂ ਬਣਨੇ ਚਾਹੀਦੇ, ਪਰ ਫਿਰ ਵੀ ਅਮਰੀਕਾ ਦੇ ਵਿੱਚ ਇਹ ਲਾ ਹੈਗਾ ਆ ਤਾਂ ਇਹਦੀ ਵਰਤੋਂ ਕੀਤੀ ਜਾ ਸਕਦੀ ਆ, ਤਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਦੁਖਦਾਈ ਘਟਨਾਵਾਂ ਨੇ ਇਹ ਵਾਪਰਨੋਂ ਰੁਕ ਸਕਦੀਆਂ। ਇਮੀਗ੍ਰੇਸ਼ਨ ਬੈਕਲੌਗ ਕਦੋਂ ਪੂਰਾ ਹੋਵੇਗਾ? ਇਹ ਬਹੁਤ ਵੱਡੀ ਸਮੱਸਿਆ ਹੈ। ਹਰ ਕੋਈ ਇਹੋ ਸਵਾਲ ਦਾ ਜਵਾਬ ਲੱਭ ਰਿਹਾ ਹੈ, ਪਰ ਅਜੇ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਤਾਂ ਕੋਈ ਜਾਣਕਾਰੀ ਮੁਹੱਈਆ ਨਹੀਂ ਜਿਹੜੀ ਹੈ ਕੀਤੀ ਜਾ ਰਹੀ। ਆਓ ਇਸ ਸੰਬੰਧੀ ਹੋਰ ਜਾਣਕਾਰੀ ਦੇ ਲਈ ਗੱਲ ਕਰਦੇ ਹਾਂ ਇਮੀਗ੍ਰੇਸ਼ਨ ਕੰਸਲਟੈਂਟ ਗੁਰਿੰਦਰ ਕਾਲੋ ਦੇ ਨਾਲ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਸਾਰੇ ਦਰਸ਼ਕਾਂ ਦਾ। ਸੋ ਦਰਸ਼ਕ ਖਾਸ ਕਰਕੇ ਜਿਹੜੇ ਕਿ ਜਾਣਨਾ ਚਾਹੁੰਦੇ ਨੇ ਕਿ ਇਮੀਗ੍ਰੇਸ਼ਨ ਦੇ ਜਿਹੜੇ ਮਾਮਲੇ ਨੇ ਉਹਨਾਂ ਦੇ ਵਿੱਚ ਇਸ ਵੇਲੇ ਕੀ ਅਪਡੇਟ ਆ ਰਿਹਾ, ਕਿਉਂਕਿ 2022 ਛੱਡ ਗਿਆ ਤੇ 2022 ਦੇ ਵਿੱਚ ਹਜੇ ਤੱਕ ਲੋਕਾਂ ਨੂੰ ਇਹ ਨਵਾਂ ਪਤਾ ਨਹੀਂ ਲੱਗ ਰਿਹਾ ਕਿ ਇਮੀਗ੍ਰੇਸ਼ਨ ਦੇ ਵਿੱਚ ਕਿਸ ਤਰ੍ਹਾਂ ਦੀ ਤਬਦੀਲੀ ਆਉਣ ਜਾ ਰਹੀ ਹੈ ਜਾਂ ਫਿਰ ਕੋਈ ਨਵੀਂ ਉਮੀਦ ਉਹਨਾਂ ਵਾਸਤੇ ਹੈ। ਇਹਨਾਂ ਤਮਾਮ ਗੱਲਾਂ ਦੇ ਉੱਤੇ ਅਸੀਂ ਜਾਣਕਾਰੀ ਜਿਹੜੀ ਹੈ ਉਸ ਸਾਂਝੀ ਕਰਾਂਗੇ। ਜਾਣਕਾਰੀ ਦੇਣ ਦੇ ਲਈ ਸਾਡੇ ਨਾਲ ਇਮੀਗ੍ਰੇਸ਼ਨ ਕੰਸਲਟੈਂਟ ਗੁਰਿੰਦਰ ਕਾਲੋ ਜੁੜੇ ਹੋਏ ਨੇ ਔਰ ਗੁਰਿੰਦਰ ਕਾਲੋ ਕੋਲ ਯਕੀਨਨ ਬਹੁਤ ਸਾਰੇ ਕੇਸਿਸ ਆਉਂਦੇ ਰਹਿੰਦੇ ਨੇ ਤੇ ਇਮੀਗ੍ਰੇਸ਼ਨ ਰਿਗਾਰਡਿੰਗ ਸਾਰੀ ਜਾਣਕਾਰੀ ਉਹਨਾਂ ਕੋਲ ਹੈ। ਉਸ ਤੇ ਕੁਝ ਗੱਲਾਂ ਅਸੀਂ ਕਰਦੇ ਹਾਂ। ਗੁਰਿੰਦਰ, ਸਵਾਗਤ ਹੈ ਜੀ ਤੁਹਾਡਾ। ਥੈਂਕ ਯੂ ਜੀ। ਗੁਰਿੰਦਰ, ਜਿਹੜੀ ਪਰੇਸ਼ਾਨੀ ਹੈ ਆਮ ਜਨਤਾ ਵਾਸਤੇ, ਉਹ ਪਰੇਸ਼ਾਨੀ ਇਹ ਹੈ ਕਿ ਜਿਹੜਾ ਬੈਕਲੌਗ ਇੰਨਾ ਭਰਿਆ ਪਿਆ ਹੈ,
ਫਾਈਲਾਂ ਨਹੀਂ ਚੱਕੀਆਂ ਜਾ ਰਹੀਆਂ, ਲੋਕ ਇੰਤਜ਼ਾਰ ਕਰ ਰਹੇ ਨੇ, ਲੋਕਾਂ ਨੂੰ ਅਪਡੇਟ ਹੀ ਨਹੀਂ ਉਸ ਸੰਬੰਧੀ ਕੋਈ ਮਿਲ ਰਿਹਾ। ਤੁਸੀਂ ਇੱਕ ਇਮੀਗ੍ਰੇਸ਼ਨ ਕੰਸਲਟੈਂਟ ਹੋ, ਤੁਹਾਡੇ ਕੋਲ ਤਾਂ ਉਹ ਤਮਾਮ ਜਾਣਕਾਰੀ ਜਿਹੜੀ ਹੁੰਦੀ ਹੈ, ਕੀ ਇਸ ਵੇਲੇ ਉਸ ਸੰਬੰਧੀ ਅਪਡੇਟ ਆ ਰਿਹਾ? ਜਿਹੜਾ ਆਪਾਂ ਨੂੰ ਲਾਸਟ ਅਪਡੇਟ ਆਇਆ ਸੀ ਉੱਥੇ ਇਹ ਸੀਗਾ ਕਿ there is a backlog of 1.8 ਮਿਲੀਅਨ ਫਾਈਲਸ ਹਾਂਜੀ, ਜਿਹੜੀਆਂ ਸਟਿਲ ਟੂ ਬੀ ਪ੍ਰੋਸੈਸਡ ਆ। ਐਂਡ ਜਿਹੜਾ ਰੀਸੈਂਟ ਅਪਡੇਟ ਫਰਮ ਦ 5th ਦੈਟ ਇਜ਼ ਕਿ ਉਹਨਾਂ ਵਿੱਚ 21000 ਫਾਈਲਸ ਐਕਸਟਰਾ ਐਡ ਹੋ ਗਈਆਂ। ਇਹ ਮੇਜਰ ਰੀਜ਼ਨ ਫॉर द backlog is COVID। ਆਪਣੇ IRCC ਦੇ ਸ਼ਾਰਟ ਔਨ ਸਟਾਫ ਫਾਈਲਸ ਪ੍ਰੋਸੈਸ ਨਹੀਂ ਹੋ ਰਹੀਆਂ ਜੀ, ਐਂਡ देयर आर a lot of other reasons for the backlog। ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਆਪਾਂ ਨੂੰ ਪਹਿਲਾਂ ਅੰਡਰਸਟੈਂਡ ਕਰਨੀ ਪੈਣੀ, ਜਿਹੜਾ ਬੈਕਲੌਗ ਤੁਸੀਂ ਟਰੈਕ ਕਰਨਾ, ਇਟਸ ਨਾਟ ਫਰਮ ਵੈਨ ਯੂ ਹਾਇਰਡ ਦ ਕੰਸਲਟੈਂਟ। ਜਦ IRCC ਨੂੰ ਤੁਹਾਡੀ ਐਪਲੀਕੇਸ਼ਨ ਮਿਲੀ ਉਦੋਂ ਤੋਂ ਤੁਹਾਡੀ ਫਾਈਲ ਸਟਾਰਟ ਕਰੋ, ਕਿਉਂ ਨਾਰਮਲੀ ਆਪਣਾ ਮਿਸਕਨਸੈਪਸ਼ਨ ਹੈ ਕਿ ਤੁਸੀਂ ਕੰਸਲਟੈਂਟ ਹਾਇਰ ਕੀਤਾ ਤਾਂ ਤੁਹਾਡੀ ਫਾਈਲ ਸਟਾਰਟ ਹੋ ਗਈ। ਨੋ, ਬਿਲਕੁਲ, ਹਾਂ, ਕਿਉਂਕਿ ਵਾਂਸ ਯੂ ਰਿਟੇਨ ਅ ਕੰਸਲਟੈਂਟ it takes time for the file to be prepared। ਜੀ, ਉਹ prepare ਹੋ ਕੇ ਜਾਂਦੀ IRCC ਨੂੰ। once they give you a UCI number ਫਿਰ ਤੁਹਾਡੀ ਫਾਈਲ ਸਟਾਰਟ ਹੋਈ ਹੈ। ਓਕੇ, backlog is from there। ਜੀ। ਸੋ ਬੈਕਲੌਗ ਵਾਲੇ ਜਿਹੜੇ ਲੋਕ ਹੈ ਉਹ ਫਿਲਹਾਲ ਇੰਤਜ਼ਾਰ ਹੀ ਕਰਨ, ਕਿਉਂਕਿ ਡਾਇਰੈਕਟ ਤਾਂ ਉਹਨਾਂ ਨੂੰ ਕੋਈ ਕਾਲਸ ਨਹੀਂ ਆ ਪਾ ਰਹੀਆਂ, ਨਾ ਉਹ ਕਰ ਪਾ ਰਹੇ। ਸੋ ਈਮੇਲ ਆਏਗੀ ਜਾਂ ਕਿਸੇ ਵੀ ਤਰ੍ਹਾਂ ਦੇ ਨਾਲ ਇਹ ਜਿਹੜਾ ਆਪਣੀ ਇਨਫੋਰਮੇਸ਼ਨ ਆਈਦਰ ਯੂ ਗੈਟ ਯੋਰ GCP, ਜੀ, ਤੁਹਾਨੂੰ ਅਪਡੇਟ ਜਿਹੜੀ ਸਭ ਤੋਂ ਲੇਟੈਸਟ ਅਪਡੇਟ ਤੁਹਾਡੀ ਫਾਈਲ ਤੇ ਆਊਗੀ ਥਰੂ ਯੋਰ GCP ਔਰ IRCC। ਓਕੇ, ਜਿਹੜਾ ਤੁਹਾਡੇ ਕੋਲ ਈਮੇਲ ਆਉਂਦੇ ਆ, ਦੇयर इज नो ਪੇਪਰ, ਨੋ ਕਾਲਸ। ਬਹੁਤ ਫਰਾਡਸ ਆਉਂਦੇ ਕਿ ਤੁਹਾਨੂੰ ਕਾਲਸ ਤੇ ਅਪਡੇਟ ਆ ਰਹੀ ਹੈ ਕਿ ਤੁਹਾਡੀ ਐਪਲੀਕੇਸ਼ਨ ਇੱਥੇ ਆ ਰਹੀ ਹੈ, ਦਸਨ ਪੀਪਲ ਐਕਚੁਅਲੀ ਫਾਲ ਫॉर द ਕਾਲ ਬਿਕਾਜ਼ ਐਵਰੀਬਾਡੀ ਇਜ਼ ਵਲਨਰੇਬਲ। ਜੀ, ਹਰ ਇੱਕ ਨੂੰ ਆਪਣੀ ਫਾਈਲ ਦੀ ਕੰਸਰਨ ਹੁੰਦੀ ਹੈ। ਬਿਲਕੁਲ। ਸੋ ਇਹਦੇ ਵਿੱਚ ਐਪਲੀਕੇਸ਼ਨ ਸੰਬੰਧੀ ਅਪਡੇਟ ਜਿਹੜਾ ਉਹ ਅੱਗੇ ਕੀ ਹੈ, ਲਾਈਕ ਜਿਵੇਂ ਪ੍ਰਾਇੋਰਟੀ ਇਨਲੈਂਡ ਐਪਲੀਕੇਸ਼ਨਸ ਹੈਗੀਆਂ ਨੇ, ਉਹਦੇ ਸੰਬੰਧੀ ਕੀ ਜਾਣਕਾਰੀ ਮਿਲ ਰਹੀ ਹੈ? ਕਿਉਂ ਜਿਹੜਾ ਰੀਸੈਂਟ ਕੈਨੇਡੀਅਨ ਗਵਰਨਮੈਂਟ ਦਾ ਉਹਨਾਂ ਦੀ ਪਾਲਿਸੀ ਆ, ਜਿਹੜੀ ਇਨਲੈਂਡ ਐਪਲੀਕੇਸ਼ਨਸ ਆ, ਜਿੰਨੇ ਪੀਪਲ ਆਰ ਆਲਰੇਡੀ ਇਨ ਕੈਨੇਡਾ, ਉਹਨਾਂ ਦੀਆਂ ਫਾਈਲਸ ਪਹਿਲਾਂ ਪ੍ਰੋਸੈਸ ਹੋਣ ਰਾਦਰ ਦੈਨ ਗੋਇੰਗ ਫॉर ਆਊਟਸਾਈਡ ਕੈਨੇਡਾ। ਬਿਕਾਜ਼ ਇਨਲੈਂਡ ਕੈਨੇਡਾ 'ਚ ਇੰਨੀਆਂ ਐਪਲੀਕੇਸ਼ਨਸ ਆ ਜਿਨ੍ਹਾਂ ਦੀ ਅਪਰੂਵਲਸ ਵੇਟ ਹੋ ਰਹੀਆਂ ਜੀ, ਔਰ ਕੋਵਿਡ ਕਰਕੇ ਐਵਰੀਥਿੰਗ ਇਜ਼ ਸਟਕ। ਸੋ ਰਾਈਟ ਨਾਓ ਦੇ ਆਰ ਫੋਕਸਿੰਗ ਔਨ ਇਨਲੈਂਡ ਐਪਲੀਕੇਸ਼ਨਸ। ਉਸ ਤੋਂ ਬਾਅਦ 'ਚ ਜਿਹੜੇ ਆਊਟਸਾਈਡ ਕੈਨੇਡਾ ਹੈ ਉਹ ਪ੍ਰਾਇੋਰਟੀ ਹੋ ਰਹੀ ਆ ਜਿਹੜੀ ਕੰਟਰੀਜ਼ ਤੇ ਟਰੈਵਲ ਐਗਜ਼ੈਂਪਸ਼ਨਸ ਆ। ਲਾਈਕ ਹੁਣ ਜਿਸ ਕੰਟਰੀ 'ਚ ਦੇयर ਇਜ਼ ਸਮ ਲਾਈਕ ਨਿਊ ਵੇਰੀਐਂਟ ਔਰ ਸਮਥਿੰਗ, ਉਹ ਫਿਰ ਕੰਟਰੀ ਦੀ ਫਾਈਲਸ ਬੈਕਲੌਗ ਤੇ ਪਾ ਦਿੰਦੇ। ਜੀ, ਜਿਹੜੀ ਕੰਟਰੀ ਇਜ਼ ਰੀਅਲੀ ਸਿਕਿਉਰਡ ਉੱਥੇ ਟਰੈਵਲ ਐਗਜ਼ੈਂਪਸ਼ਨਸ ਹੈਗੇ, ਉਹ ਕੰਟਰੀਜ਼ ਦੀਆਂ ਫਾਈਲਸ ਪਹਿਲਾਂ ਅਪਰੂਵ ਹੋ ਰਹੀਆਂ। ਓਕੇ, ਕੈਟਾਗਰੀ ਕਿਹੜੀ ਨੂੰ ਪਹਿਲਾਂ ਤਰਜੀਹ ਦਿੱਤੀ ਜਾ ਰਹੀ ਹੈ? ਕਿਹੜੀ ਕੈਟਾਗਰੀ ਉਹ ਹੈਗੀ ਹੈ ਜਿਹਨੂੰ ਪ੍ਰਾਇੋਰਟੀ ਦੇ ਉੱਤੇ ਜਿਹੜੀ ਹੈ, ਜਿਸ ਤਰੀਕੇ ਨਾਲ ਅਸੀਂ ਗੱਲ ਕਰ ਲਈਏ ਕੈਨੇਡੀਅਨ ਇਮੀਗ੍ਰੇਸ਼ਨ ਦੀ, ਉਹਦੇ ਲਈ ਫਾਈਲਾਂ ਚੁੱਕੀਆਂ ਜਾ ਰਹੀਆਂ ਨੇ? ਕਿਉਂਕਿ ਇਸ ਵੇਲੇ ਬਹੁਤ ਸਾਰੇ ਲੋਕ ਇੰਡੀਆ ਤੋਂ ਜਿਹੜੇ ਨੇ ਉਹ ਫਾਈਲਾਂ ਲਗਾਉਣ ਲਈ ਬੈਠੇ ਨੇ। ਸਟੂਡੈਂਟ ਕੈਟਾਗਰੀ ਸਾਨੂੰ ਪਤਾ ਹੈ ਕਿ ਚੱਕੀ ਗਈ ਹੈ ਕਾਫੀ ਹੱਦ ਤੱਕ, ਬਟ ਬਾਕੀ ਸਾਰਾ ਸਟੂਡੈਂਟ ਤੋਂ ਬਾਅਦ ਕੈਟਾਗਰੀ ਨੈਕਸਟ ਹੋਲਡ ਜਿਹੜੀ ਆ ਇਜ਼ ਇਕਨੋਮਿਕ, ਜੀ, ਫਿਰ ਉਸ ਤੋਂ ਬਾਅਦ 'ਚ HNC ਓਕੇ, ਐਂਡ ਬਾਕੀ ਕੈਟਾਗਰੀਜ਼ ਜਿਹੜੀਆਂ ਦੇ ਫੋਲੋ। ਸੋ ਸਭ ਤੋਂ ਪਹਿਲਾਂ ਉਹ ਸਟੂਡੈਂਟ ਕੈਟਾਗਰੀਜ਼ ਨੂੰ ਐਕਸੈਪਟ ਹੁੰਦੇ ਰਹੇ, ਜੀ, ਫਿਰ ਇਕਨੋਮਿਕ 'ਚ ਸਾਰੇ ਸਕਿਲਡ ਵਰਕਰ, ਫੈਡਰਲ, ਫੋਰਨ ਸਕਿਲਡ ਵਰਕਰ, ਐਵਰੀਥਿੰਗ ਦੈਟ ਕਮਸ ਇਨ ਦੈਟ। ਜੀ। ਤੁਹਾਡੇ ਤੱਕ ਵੀ ਬਹੁਤ ਸਾਰੇ ਲੋਕ ਗੁਰਿੰਦਰ ਰਾਬਤਾ ਕਰਦੇ ਹੋਣਗੇ, ਤੁਹਾਨੂੰ ਵੀ ਬਹੁਤ ਸਾਰੀਆਂ ਸਮੱਸਿਆਵਾਂ ਸੁਣਾਉਂਦੇ ਹੋਣਗੇ, ਕਿਉਂਕਿ ਜਿਹੜੇ ਇਮੀਗ੍ਰੇਸ਼ਨ ਕੰਸਲਟੈਂਟ ਹੁੰਦੇ ਨੇ ਉਹਨਾਂ ਦੇ ਨਾਲ ਲੋਕਾਂ ਨੂੰ ਸਭ ਤੋਂ ਜ਼ਿਆਦਾ ਉਹਨਾਂ ਤੋਂ ਉਮੀਦ ਵੱਜੀ ਹੁੰਦੀ, ਕਿਉਂਕਿ ਉਹ ਕਈ ਤਰ੍ਹਾਂ ਦੇ ਸਵਾਲ ਉਹਨਾਂ ਨੂੰ ਹੀ ਪੁੱਛਦੇ ਨੇ। ਹਾਂ, ਸੋ ਇਸ ਵੇਲੇ ਜਿਹੜੀ ਸਿਚੁਏਸ਼ਨ ਤੁਸੀਂ ਦੇਖ ਰਹੇ ਹੋ, 2022 ਚੜ ਗਿਆ, ਇਮੀਗ੍ਰੇਸ਼ਨ ਮੰਤਰੀ ਜਿਹੜੇ ਨੇ ਉਹ ਵੀ ਬਦਲੇ ਨੇ, ਤੇ ਅੱਗੇ ਲੱਗਦਾ ਵੀ ਕੋਈ ਉਮੀਦ ਚੰਗੀ ਲੋਕ ਕਰ ਸਕਦੇ ਹੈਗੇ ਨੇ, ਕੁਝ ਨਵਾਂ ਆਉਣ ਵਾਲਾ? Oh yeah, there's a lot of things in pipeline. Because the thing is ਜਿਹੜੀ Canadian government economy ਇਹ immigrants ਦੇ ਉੱਤੇ ਆ। ਐਂਡ ਜੇ ਤੁਸੀਂ ਮਾਰਕੀਟ 'ਚ ਗੱਲ ਕਰੋਗੇ, ਵੀ ਆਰ ਦ ਕੰਸਟਰਕਸ਼ਨ ਇੰਡਸਟਰੀ ਔਰ ਦ ਟਰੱਕਿੰਗ ਇੰਡਸਟਰੀ, ਲੇਬਰ ਦੀ ਬਹੁਤ ਜ਼ਿਆਦਾ ਸ਼ਾਰਟੇਜ ਹੈ। ਓਕੇ, ਕਿਸੇ ਨੂੰ ਵੀ ਲੇਬਰ ਨਹੀਂ ਮਿਲ ਰਹੀ। ਸੋ ਇਕਨੋਮੀ ਸਰਵਾਈਵ ਕਰਨ ਲਈ ਯੂ ਹੈਵ ਟੂ ਓਪਨ ਦ ਇਮੀਗ੍ਰੇਸ਼ਨ ਐਂਡ ਦ ਓਨਲੀ ਰੀਜ਼ਨ ਇਜ਼ ਸ਼ਟ ਡਾਊਨ ਆਫ ਕੋਵਿਡ। ਬਾਕੀ ਕੋਈ ਰੀਜ਼ਨ ਨਹੀਂ ਕਿ ਜਿਹੜਾ ਬੈਕਲੌਗਸ ਆ ਕੈਨੇਡੀਅਨ ਗਵਰਨਮੈਂਟ ਨੇ ਆਲਰੇਡੀ ਕਰ ਰਹੇ ਆ ਕਿ ਦੇ ਆਰ ਗੋਇੰਗ ਟੂ ਐਕਸਪੈਂਡ ਐਂਡ ਇੰਪਰੂਵ ਦ ਇਮੀਗ੍ਰੇਸ਼ਨ ਪ੍ਰੋਸੈਸਿੰਗ। ਓਕੇ, ਕਿ the more people that come here, it's a boost to the economy। ਜੀ। ਸੋ IRCC ਦੇ ਜਿਹੜੇ ਅਪਡੇਟ ਹੈ ਉਹ ਕਿੱਥੇ ਲੈ ਜਾ ਸਕਦੇ ਨੇ? ਕਿਉਂਕਿ ਲੋਕ ਕੰਸਲਟੈਂਟ ਜਿਹੜੇ ਹੁੰਦੇ ਨੇ ਉਹ ਤਾਂ ਕੰਸਲਟੈਂਟ ਨੂੰ ਹੀ ਕਹਿੰਦੇ ਨੇ ਆਪਣੀ ਇਨਫੋਰਮੇਸ਼ਨ ਦਿਓ, ਪਰ ਕਈ ਵਾਰੀ ਬੜੀਆਂ ਸਾਰੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਉਹ ਚਾਹੁੰਦੇ ਕਿਸੇ ਦੀ ਵੀ ਹੱਥ 'ਚ ਨਾ ਜਾਣ, ਪਰ ਅਪਡੇਟ ਵੀ ਮਿਲਦਾ ਰਹੇ। ਜਿਹੜਾ IRCC ਦਾ ਤੁਹਾਡੀ ਪਰਸਨਲ ਫਾਈਲ ਦਾ ਅਪਡੇਟ ਆਉਂਦਾ, ਉਹ ਤੁਹਾਡੀ GCP ਔਰ ਈਮੇਲ ਤੇ ਆਉਂਦਾ। ਓਕੇ, ਜਿਹੜੇ ਬਾਕੀ ਅਪਡੇਟਸ ਆ ਰਹੇ ਆ ਕਿ ਕਿੱਦਾਂ ਐਪਲੀਕੇਸ਼ਨਸ ਹੋ ਰਹੀਆਂ, ਉਹਨਾਂ ਦੇ ਟਵਿੱਟਰ ਹੈਂਡਲ ਤੇ ਆਉਂਦੇ ਹੁੰਦੇ ਆ। ਤਾਂ ਬਾਕੀ ਜਿੱਦਾਂ ਹੁਣ ਸਭ ਤੋਂ ਜ਼ਿਆਦਾ ਜਿਹੜੇ ਕਾਲਸ ਐਂਡ ਕੰਸਰਨਸ ਲੋਕਾਂ ਦੇ ਆਉਂਦੇ ਕਿ ਸਾਡੀ ਫਾਈਲ ਦੀ ਕਿੰਨੀ ਪ੍ਰੋਸੈਸਿੰਗ ਟਾਈਮ ਆ। ਐਟ ਦਾ ਮੋਮੈਂਟ ਕਿਸੇ ਵੀ ਕੰਸਲਟੈਂਟ ਕੋ ਦਸ ਨੋ ਪ੍ਰੋਪਰ ਇਨਫੋਰਮੇਸ਼ਨ ਕਿ ਕਿੰਨਾ ਟਾਈਮ ਲੱਗੂਗਾ ਫਾਈਲ ਪ੍ਰੋਸੈਸ ਕਰਨ ਨੂੰ। ਜੀ,
ਠੀਕ ਹੈ। ਸੋ ਅੱਜ ਦੇ ਅਪਡੇਟ ਦੇ ਵਿੱਚ ਅਸੀਂ ਇੰਨੀ ਇਨਫੋਰਮੇਸ਼ਨ ਲਈ ਹੈ। ਅੱਗੇ ਗੁਰਿੰਦਰ ਕਾਹਲੋਂ ਦੇ ਨਾਲ ਹੋਰ ਵੀ ਅਸੀਂ ਰਾਬਤਾ ਕਾਇਮ ਕਰਦੇ ਰਹਾਂਗੇ ਤੇ ਸਮੇਂ-ਸਮੇਂ ਦੇ ਉੱਤੇ ਜੋ ਵੀ ਅਪਡੇਟ ਖਾਸ ਕਰਕੇ ਇਮੀਗ੍ਰੇਸ਼ਨ ਦੇ ਵਿੱਚ ਆਉਂਦਾ ਹੈ ਉਹਦੀ ਡਿਟੇਲ ਗੁਰਿੰਦਰ ਕਾਹਲੋਂ ਸਾਨੂੰ ਸਮੇਂ-ਸਮੇਂ ਤੇ ਜਿਹੜਾ ਦਿੰਦੇ ਰਹਿਣਗੇ। ਅੱਜ ਦੀ ਇਸ ਐਪਲੀਕੇਸ਼ਨ ਜਿਹੜਾ ਫਿਲਹਾਲ ਜਿਹੜਾ ਰੁਕਿਆ ਹੋਇਆ ਬੈਕਲੌਗ ਹੈ ਉਹਨੂੰ ਲੈ ਕੇ ਅਸੀਂ ਗੱਲ ਕੀਤੀ ਹੈ। ਗੁਰਿੰਦਰ, ਲੋਕ ਜੇ ਤੁਹਾਡੇ ਤੋਂ ਕੋਈ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਨੇ, ਕਿਸੇ ਦਾ ਕੋਈ ਸਵਾਲ ਹੈ ਜਾਂ ਤੁਹਾਨੂੰ ਆਪਣੀ ਕੋਈ ਫਾਈਲ ਦੇਣਾ ਚਾਹੁੰਦੇ ਨੇ ਤਾਂ ਕਿਵੇਂ ਤੁਹਾਡੇ ਨਾਲ ਕਿਵੇਂ ਲੋਕ ਕੰਟੈਕਟ ਕਰ ਸਕਦੇ ਨੇ, ਕਿਹੜੇ ਪਲੇਟਫਾਰਮ ਦੇ ਥਰੂ? Right now they can just call me. That's the best way to get in touch with me. ਜੀ, ਸੋ ਕੀ ਤੁਹਾਡਾ ਨੰਬਰ, ਆਪਣਾ ਨੰਬਰ ਦੱਸ? 604 767 7636. ਜੀ, ਸੋ ਫੋਨ ਜ਼ਰੀਏ ਹੀ ਤੁਹਾਡੇ ਨਾਲ ਕੰਟੈਕਟ ਹਾਂਜੀ। ਕੀਤਾ ਜਾ ਸਕਦਾ ਹੈ। Right. ਜੀ, ਥੈਂਕ ਯੂ ਸੋ ਮਚ ਗੁਰਿੰਦਰ, ਜਾਣਕਾਰੀ ਜਿਹੜੀ ਹੈ ਉਹ ਸਾਂਝੀ ਕਰਨ ਦੇ ਲਈ। Thank you. ਜੀ, ਸੋ ਗੁਰਿੰਦਰ ਜੁੜੇ ਹੋਏ ਸੀ ਤੇ ਗੁਰਿੰਦਰ ਦੇ ਨਾਲ ਤਮਾਮ ਜਾਣਕਾਰੀ ਸਾਂਝੀ ਕੀਤੀ ਹੈ। ਤੇ ਗੁਰਿੰਦਰ ਕਾਹਲੋਂ ਜਿਹੜੇ ਨੇ ਉਹ ਇੱਕ ਇਮੀਗ੍ਰੇਸ਼ਨ ਕੰਸਲਟੈਂਟ ਨੇ। ਜੇ ਤੁਹਾਨੂੰ ਵੀ ਕੋਈ ਲੋੜ ਹੈ, ਤੁਹਾਡੀ ਫਾਈਲ ਰੁਕੀ ਹੋਈ ਹੈ, ਪ੍ਰੋਸੈਸ ਅੱਗੇ ਨਹੀਂ ਹੋ ਰਿਹਾ ਤੇ ਜੇ ਪ੍ਰੋਸੈਸ ਰੁਕਿਆ ਹੋਇਆ ਤਾਂ ਉਹਦੀ ਰੀਜ਼ਨ ਕੀ ਹੈ ਉਹ ਜਾਣਨਾ ਚਾਹੁੰਦੇ ਹੋ ਤਾਂ ਗੁਰਿੰਦਰ ਕਾਹਲੋਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਕੋਈ ਸਵਾਲ ਹੈ ਸਾਡੇ ਮਾਧਿਅਮ ਥਰੂ ਵੀ ਤੁਸੀਂ ਜਿਹੜਾ ਉਹਨਾਂ ਨਾਲ ਜੁੜ ਸਕਦੇ ਹੋ। ਸੋ ਜਲਦੀ ਹੀ ਗੁਰਿੰਦਰ ਕਾਹਲੋਂ ਸਾਡੇ ਨਾਲ ਲਾਈਵ ਸ਼ੋਅ ਦੇ ਵਿੱਚ ਵੀ ਜੁੜਨਗੇ, ਮਾਰਨਿੰਗ ਸ਼ੋਅ ਦੇ ਵਿੱਚ, ਤੇ ਜਿਹਦੇ ਵਿੱਚ ਅਸੀਂ ਖੁੱਲ੍ਹ ਕੇ ਤੇ ਵਿਸਥਾਰ ਦੇ ਨਾਲ, ਬਾਰੀਕੀ ਦੇ ਨਾਲ ਹਰ ਕੇਸ ਦੇ ਉੱਤੇ ਜਿਹੜਾ ਅਸੀਂ ਗੱਲਾਂ ਬਾਤਾਂ ਸਾਂਝੀਆਂ ਕਰਾਂਗੇ ਕਿ ਆਖਿਰਕਾਰ 2020 ਦੇ ਵਿੱਚ ਕੀ ਹੋਰ ਹੋਣ ਜਾ ਰਿਹਾ ਹੈ। ਅੱਗੇ ਦੇਖਦੇ ਹਾਂ ਜੀ ਐਡਮਿੰਟਨ ਤੋਂ ਸਾਡੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਘਾ ਦੀ ਇੱਕ ਖਾਸ ਅਪਡੇਟ। ਚੈਨਲ ਪੰਜਾਬੀ ਵੇਖ ਰਹੇ ਸਮੂਹ ਦਰਸ਼ਕਾਂ ਨੂੰ ਕੁਲਬੀਰ ਸਿੰਘ ਵੱਲੋਂ ਨਿੱਘੀ ਜੀ ਆਇਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਡਮਿੰਟਨ ਸ਼ਹਿਰ ਤੋਂ ਦੋ ਖਬਰਾਂ ਲੈ ਕੇ ਤੁਹਾਡੇ ਲਈ ਹਾਜ਼ਰ ਆ ਜੀ। ਇੱਕ ਖਬਰ ਜਿਹੜੀ ਆ ਰਹੀ ਆ ਉਹ ਕੈਲਗਰੀ ਸ਼ਹਿਰ ਤੋਂ ਆ ਕਿ ਕੈਲਗਰੀ ਦਾ ਇੱਕ ਰੀਅਲ ਏਸਟੇਟ ਮਹਾਰਥੀ ਰਿਆਜ਼ ਮਮਦਾਨੀ, ਉਹਨੂੰ ਘਰੇਲੂ ਹਿੰਸਾ ਦੇ ਮਾਮਲੇ ਵਿੱਚ ਚਾਰਜ ਕੀਤਾ ਗਿਆ ਹੈ ਜੀ। 2016 ਦੇ ਵਿੱਚ ਮਮਦਾਨੀ ਜਦੋਂ ਆਪਣਾ ਮਾਊਂਟ ਰਾਇਲ ਦੇ ਵਿੱਚ ਜਿਹੜਾ ਘਰ ਆ, ਜਦੋਂ ਉੱਥੋਂ ਡਰਾਈਵੇ ਤੋਂ ਬਾਹਰ ਨਿਕਲ ਰਿਹਾ ਸੀ ਤਾਂ ਉਹਦੇ 6 ਗੋਲੀਆਂ ਜਿਹੜੀਆਂ ਜੀ ਉਹਦੀ ਕਾਰ ਤੇ ਮਾਰੀਆਂ ਗਈਆਂ ਸੀ, ਪਰ ਇਹਦਾ ਬਚਾਅ ਹੋ ਗਿਆ ਸੀ। ਪਰ ਉਸ ਇਨਸੀਡੈਂਟ ਦੇ ਵਿੱਚ ਵੀ ਹਜੇ ਤੱਕ ਕਿਸੇ ਵਿਅਕਤੀ ਨੂੰ ਚਾਰਜ ਨਹੀਂ ਕੀਤਾ ਗਿਆ। ਪਰ ਕੈਲਗਰੀ ਸ਼ਹਿਰ ਵਿੱਚ ਬੜਾ ਜਾਣਿਆ ਪਛਾਣਿਆ ਨਾਂ ਹੈ ਜੀ ਰਿਆਜ਼ ਮਮਦਾਨੀ ਹੋਰਾਂ ਦਾ। ਹੁਣ ਉਹਨਾਂ ਨੂੰ ਜਿਹੜਾ ਜੀ ਚਾਰਜ ਕੀਤਾ ਗਿਆ ਹੈ। ਇਹ ਗੱਲ ਨਵੰਬਰ 28 ਦੀ ਆ, ਜਦੋਂ ਰਿਆਜ਼ ਮਮਦਾਨੀ, ਜਿਹਦੀ ਉਮਰ 53 ਸਾਲ ਦੀ ਆ, ਉਹਦੀ ਆਪਣੀ ਗਰਲਫ੍ਰੈਂਡ ਦੇ ਨਾਲ ਆਰਗੂਮੈਂਟ ਹੋਈ ਆ ਰਾਇਲ ਮਾਊਂਟ ਰਾਇਲ ਦੇ ਵਿੱਚ ਜਿਹੜਾ ਘਰ ਆ ਜੀ। ਔਰ ਉਦੋਂ ਬਾਅਦ ਉਹਦੇ ਵਕੀਲ ਨੇ ਇੱਕ ਸਟੇਟਮੈਂਟ ਜਾਰੀ ਕੀਤੀ ਆ ਵੀ ਜਿਹੜੇ ਦੋਸ਼ ਲਾਏ ਗਏ ਆ ਉਹ ਅਨਫਾਊਂਡਡ ਆ, ਯਾਨੀ ਕਿ ਉਹਨਾਂ ਦਾ ਕੋਈ ਆਧਾਰ ਨਹੀਂ ਹੈ। ਜਿਹੜਾ ਕੰਪਲੇਨੈਂਟ ਆ ਉਹਨੇ ਇਹ ਲਾਇਆ ਜੀ ਵੀ ਉਹਦੇ ਬਾਰੇ ਉਹਦੇ ਵਕੀਲ ਨੇ ਇਹ ਗੱਲ ਕਹੀ ਆ ਵੀ ਉਹਨੇ ਪੈਸੇ ਲੈਣ ਦੀ ਖਾਤਰ ਇਹ ਜਿਹੜੇ ਆ ਦੋਸ਼ ਲਾਏ ਆ। ਜਿਹੜੇ ਉਹ ਵਕੀਲ ਆ ਜੀ, ਡਿਫੈਂਸ ਲਾਇਰ ਕੋਰੀ ਵਿਲਸਨ, ਉਹਨੇ ਮਮਦਾਨੀ ਨੂੰ ਕਿਹਾ ਕਿ ਤੂੰ ਕੋਈ ਹੋਰ ਸਟੇਟਮੈਂਟ ਬਾਹਰ ਜਿਹੜੀ ਆ ਮੀਡੀਆ ਨੂੰ ਨਹੀਂ ਦੇਣੀ, ਨਾ ਹੀ ਕਿਸੇ ਨਾਲ ਗੱਲਬਾਤ ਕਰਨੀ ਆ। ਇਹਦੇ ਮਮਦਾਨੀ ਬਾਰੇ ਇਹ ਵੀ ਕਿਹਾ ਜਾ ਰਿਹਾ ਜੀ ਵੀ ਇਹ ਬੜੀ ਪੋਲਰਾਈਜ਼ਿੰਗ ਕਰੈਕਟਰ ਹੈਗਾ ਕੈਲਗਰੀ ਦੀ ਰੀਅਲ ਏਸਟੇਟ ਮਾਰਕੀਟ ਦੇ ਵਿੱਚ। 2018 ਵਿੱਚ ਉਹਦੀ ਕੰਪਨੀ ਨੂੰ $2 ਮਿਲੀਅਨ ਦਾ ਕਹਿ ਲਓ ਸੈਟਲਮੈਂਟ ਹੋਈ ਸੀ, ਦੇਣ ਲਈ ਕਿਹਾ ਗਿਆ ਸੀਗਾ। ਇੱਕ ਕਲਾਸ ਐਕਸ਼ਨ ਲਾ ਸੂਟ ਇਹਦੇ 'ਤੇ ਕੀਤਾ ਗਿਆ ਸੀ, ਪਰ ਉਹਦੇ 'ਚ ਇਹਨੇ ਡੀਲ ਇਸ ਤਰ੍ਹਾਂ ਕੀਤੀ ਸੀਗੀ ਵੀ ਨਾ ਤਾਂ ਇਹਨੇ ਆਪਣਾ ਕੋਈ ਕਸੂਰ ਮੰਨਿਆ ਸੀ, ਨਾ ਹੀ ਇਹਦੀ ਜਿਹੜੀਆਂ ਕੰਪਨੀਆਂ ਸੀ ਉਹਨਾਂ ਨੇ। ਪਰ ਉਹ ਜਿਹੜਾ $2 ਮਿਲੀਅਨ ਜਿਹੜਾ ਸੀ ਜੀ ਉਹ ਇਹਨੇ ਉਹਨਾਂ ਨੂੰ ਦੇ ਕੇ ਤੇ ਗੱਲਬਾਤ ਪਾਸੇ ਕਰ ਦਿੱਤੀ। ਹੁਣ ਇਹਨਾਂ ਦੇ ਮਮਦਾਨੀ ਹੋਰਾਂ ਦਾ ਉਹ ਜਿਹੜਾ ਸੀ ਜੀ ਗੱਲਬਾਤ, ਉਦੋਂ ਤਾਂ ਉਹ ਡਿਸਮਿਸ ਕਰ ਦਿੱਤੀ ਗਈ। ਪਰ 2020 ਜਨਵਰੀ ਦੇ ਵਿੱਚ ਜਿਹੜਾ ਜੀ ਸਟ੍ਰੈਟੇਜਿਕ ਗਰੁੱਪ ਵੱਲੋਂ 50 ਹੋਰ ਪ੍ਰਾਪਰਟੀ ਸੀਗੀਆਂ ਜਿਹੜੀਆਂ ਉਹ ਕ੍ਰੈਡੀਟਰ ਪ੍ਰੋਟੈਕਸ਼ਨ ਲਈ ਰੱਖੀਆਂ ਗਈਆਂ ਸੀ, ਪਰ ਜੱਜ ਨੇ ਰਿਜੈਕਟ ਕਰ ਦਿੱਤੀਆਂ ਸੀ। ਔਰ ਉਹਨਾਂ ਪ੍ਰਾਪਰਟੀਜ਼ ਦੇ ਉੱਤੇ ਜਿਹੜੀ ਟੋਟਲ ਮੌਰਟਗੇਜ ਸੀ ਜੀ $651 ਮਿਲੀਅਨ ਦੀ ਸੀਗੀ ਤੇ ਉਹਨਾਂ ਨੂੰ ਰਿਸੀਵਰਸ਼ਿਪ ਵਿੱਚ ਭੇਜ ਦਿੱਤਾ ਗਿਆ ਸੀਗਾ। ਉਦੋਂ ਮਹੀਨਾ ਕੁ ਪਹਿਲਾਂ ਮਮਦਾਨੀ ਹੋਰਾਂ ਕਿਹਾ ਸੀਗਾ ਵੀ ਜਿਹੜੀ ਕੈਲਗਰੀ ਦੀ ਰੀਅਲ ਏਸਟੇਟ ਆ ਔਰ ਡਾਊਨਟਾਊਨ ਦੇ ਵਿੱਚ ਹਾਈ ਆਫਿਸ ਵੇਕੈਂਸੀ ਰੇਟ ਆ ਤੇ ਪ੍ਰੋਲੋਂਗਡ ਇਕਨੋਮਿਕ ਡਾਊਨ ਟਰਨ ਹੋ ਰਹੀ ਆ, ਉਹਦਾ ਕਰਕੇ ਉਹਦੀ ਜਿਹੜੀ ਕੰਪਨੀ ਆ ਜੀ ਬੜੇ ਹੀ ਚੈਲੰਜਿੰਗ ਐਨਵਾਇਰਨਮੈਂਟ ਵਿੱਚ ਰਹੀ ਆ। ਪਰ ਉਹਦੀ ਉਹ ਗੱਲ ਕਿਸੇ ਨੇ ਸੁਣੀ ਨਹੀਂ ਤੇ ਉਹ ਸਾਰੇ ਦੀਆਂ ਸਾਰੀਆਂ ਪ੍ਰਾਪਰਟੀਆਂ ਉਹਦੀਆਂ ਰਿਸੀਵਰਸ਼ਿਪ ਵਿੱਚ ਚਲੀਆਂ ਗਈਆਂ ਤੇ ਹੁਣ ਉਹ ਘਰੇਲੂ ਹਿੰਸਾ ਦਾ ਜਿਹੜਾ ਚਾਰਜ ਉਹਦੇ 'ਤੇ ਲੱਗ ਗਿਆ ਹੈ।
ਔਰ ਦੂਸਰੀ ਖਬਰ ਐਡਮਿੰਟਨ ਤੋਂ ਹੈ ਜੀ ਕਿ ਅਲਬਰਟਾ ਦੇ ਜਿਹੜੇ ਹੁਣ EMPLOYER ਆ ਨਾ, ਉਹ ਇਹ ਡਿਸਾਈਡ ਕਰਿਆ ਕਰਨਗੇ ਕਿ ਕਿਹੜਾ ਬੰਦਾ ਅਸੈਂਸ਼ੀਅਲ ਵਰਕਰ ਹੈਗਾ ਤੇ ਉਹ ਕੰਮ ਤੇ ਆ ਸਕਦਾ ਜਦੋਂ ਕਿ ਉਹਨੂੰ COVID-19 ਦੇ ਨਾਲ ਉਹ ਇਨਫੈਕਟ ਹੋਇਆ ਆ। ਪਰ ਜਿਹੜੇ ਹੈਲਥ ਦੇ ਮਾਹਰ ਨੇ ਜੀ, ਉਹ ਇਸ ਸਰਕਾਰ ਦੇ ਹੁਕਮ ਦੇ ਉਲਟ ਗੱਲ ਕਰ ਰਹੇ ਨੇ। ਉਹ ਕਹਿੰਦੇ ਵੀ ਇਹ ਕੋਈ ਬਾਹਲੀ ਵਧੀਆ ਗੱਲ ਨਹੀਂ, ਵੀ EMPLOYER ਹੀ ਫੈਸਲਾ ਕਰੂਗਾ ਕਿ ਇਹ ਬੰਦਾ ਕੰਮ ਤੇ ਆ ਸਕਦਾ ਕਿ ਨਹੀਂ ਆ ਸਕਦਾ, ਕਿਉਂਕਿ ਉਹ ਕਹਿੰਦੇ ਬਹੁਤ ਸਾਰੇ ਜਿਹੜੀਆਂ ਕੰਪਨੀਆਂ ਹੈਗੀਆਂ ਜਾਂ ਐਸੀਆਂ ਜਗ੍ਹਾ ਹੈਗੇ ਕੰਮ ਕਰਨ ਵਾਲੇ, ਉਹ ਆਪਣੇ ਕੰਮਕਾਰ ਨੂੰ ਹਮੇਸ਼ਾ ਇਹ ਕਹਿ ਸਕਦੇ ਜੀ ਵੀ ਸਾਨੂੰ ਉਹ ਕ੍ਰਿਟੀਕਲ ਵਰਕਰਸ ਚਾਹੀਦੇ ਨੇ, ਪਰ ਉਹ ਕਹਿੰਦੇ ਵੀ ਇੱਦਾਂ ਹੈ ਨਹੀਂ। ਸੋ ਇਸ ਕਰਕੇ ਇਸ ਜਿਹੜਾ ਫੈਸਲਾ ਹੈ ਸਰਕਾਰ ਦਾ ਵੀ EMPLOYER ਹੀ ਖੁਦ ਫੈਸਲਾ ਕਰਨਗੇ ਵੀ ਹਾਂ ਵੀ ਬੰਦਾ ਉਹਨਾਂ ਨੂੰ ਚਾਹੀਦਾ ਜਾਂ ਨਹੀਂ ਚਾਹੀਦਾ ਕ੍ਰਿਟੀਕਲੀ, ਤਾਂ ਭਾਵੇਂ ਉਹਨੂੰ ਹੋਇਆ ਆ COVID-19, ਉਹਦੇ ਤੇ ਲੋਕੀ ਸਵਾਲ ਖੜੇ ਕਰ ਰਹੇ ਨੇ। ਚੈਨਲ ਪੰਜਾਬੀ, ਕੁਲਮੀਤ ਸਿੰਘ ਸੰਘਾ, ਐਡਮਿੰਟਨ। ਸੋ ਖਬਰਾਂ ਤੇ ਜਾਣਕਾਰੀਆਂ ਦਾ ਸਿਲਸਿਲਾ ਫਿਲਹਾਲ ਇੱਥੇ ਮੁੱਕਦਾ ਹੈ। ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਇਜਾਜ਼ਤ ਚਾਹੁੰਦੇ ਹਾਂ। ਧੰਨਵਾਦ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।